ਅਕਾਲ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਹੈਡਲਾਈਨਸ ਤੇ। ਚੀਨ ਨਾਲ ਜਾਰੀ ਸਰਹੱਦੀ ਵਿਵਾਦ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਲੋਕ ਸਭਾ 'ਚ ਬਿਆਨ। ਕਿਹਾ ਚੀਨ ਨੇ ਕਈ ਵਾਰ ਸਥਿਤੀ ਬਦਲਣ ਦੀ ਕੀਤੀ ਕੋਸ਼ਿਸ਼, ਪਰ ਸਾਡੇ ਸੁਰੱਖਿਆ ਦਸਤਿਆਂ ਨੇ ਹਰ ਚਾਲ ਕੀਤੀ ਫੇਰ। ਭਾਰਤ 'ਚ 50 ਲੱਖ ਦੇ ਨੇੜੇ ਪਹੁੰਚੇ ਕਰੋਨਾ ਮਰੀਜ਼ਾਂ ਦੀ ਗਿਣਤੀ। ਹੁਣ ਤੱਕ 80,000 ਤੋਂ ਵੱਧ ਲੋਕਾਂ ਨੇ ਗਵਾਈ ਜਾਨ। ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਵਧੀ। ਬਲਵੰਤ ਸਿੰਘ ਮਲਤਾਨੀ ਅਗਵਾ ਤੇ ਕਤਲ ਮਾਮਲੇ 'ਚ ਸਾਬਕਾ ਡੀਜੀਪੀ ਸਮੀਰ ਸੈਣੀ ਨੂੰ ਵੱਡੀ ਰਾਹਤ। ਸੁਪਰੀਮ ਕੋਰਟ ਨੇ ਸੈਣੀ ਦੀ ਗ੍ਰਿਫਤਾਰੀ ਤੇ ਲਾਈ ਰੋਕ। ਅਗਾਊਂ ਜ਼ਮਾਨਤ ਵੀ ਮਿਲ ਸਕੇਗੀ। ਸ਼੍ਰੋਮਣੀ ਕਮੇਟੀ ਦੇ ਦਫ਼ਤਰ ਸਾਹਮਣੇ ਭਿੜੇ ਟਾਸਕ ਫੋਰਸ ਦੇ ਮੁਲਾਜ਼ਮ ਤੇ ਸਿੱਖ ਜਥੇਬੰਦੀਆਂ। ਟਾਸਕ ਫੋਰਸ ਨੇ ਪੰਜਾਬ ਜਾ ਕੁੱਟੇ ਸਿੱਖ ਆਗੂ, ਕਈਆਂ ਦੀਆਂ ਉਤਰੀਆਂ ਦਸਤਾਰਾਂ। ਅਤੇ ਖੇਤੀ ਆਰਡੀਨੈਂਸ ਖਿਲਾਫ ਪੰਜਾਬ ਦੇ ਕਿਸਾਨਾਂ ਨੇ ਵਿੱਢੀ ਆਰ-ਪਾਰ ਦੀ ਲੜਾਈ। ਸੂਬੇ 'ਚ 25 ਥਾਈਂ ਰੋਕੇ ਹਾਈਵੇ, ਕੇਂਦਰ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ। ਤੇ ਹੁਣ ਖਬਰਾਂ ਦਾ ਵਿਸਤਾਰ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਭਾਰਤ ਚੀਨ ਸਰਹੱਦੀ ਵਿਵਾਦ ਬਾਰੇ ਲੋਕ ਸਭਾ 'ਚ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਸਰਹੱਦੀ ਵਿਵਾਦ ਗੰਭੀਰ ਮੁੱਦਾ ਹੈ। ਦੋਵੇਂ ਦੇਸ਼ ਸ਼ਾਂਤੀ ਤੇ ਸਹਿਮਤ ਨੇ। ਸਿਰਫ ਸ਼ਾਂਤਮਈ ਗੱਲਬਾਤ ਹੀ ਇਸ ਨੂੰ ਹੱਲ ਕਰੇਗੀ। ਰਾਜਨਾਥ ਸਿੰਘ ਨੇ ਕਿਹਾ ਕਿ ਚੀਨ ਨੇ ਕਈ ਵਾਰ ਸਥਿਤੀ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਸਾਡੇ ਸੈਨਿਕਾਂ ਨੇ ਇਸ ਨੂੰ ਅਸਫਲ ਕੀਤਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਸਾਡੇ ਸੁਰੱਖਿਆ ਬਲ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਨੇ। ਅਸੀਂ ਉਹਨਾਂ ਨਾਲ ਮਜ਼ਬੂਤੀ ਨਾਲ ਖੜੇ ਹਾਂ। ਭਾਰਤ 'ਚ ਕਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਤੱਕ 80,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਪੀੜਤਾਂ ਦੀ ਗਿਣਤੀ ਵੀ ਵੱਧ ਕੇ 50 ਲੱਖ ਦੇ ਨੇੜੇ ਪਹੁੰਚ ਗਈ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 83,809 ਨਵੇਂ ਕੇਸ ਸਾਹਮਣੇ ਆਏ ਨੇ। ਇਸ ਦੇ ਨਾਲ ਹੀ 24 ਘੰਟਿਆਂ ਵਿੱਚ 1,054 ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਨੇ। ਚੰਗੀ ਖਬਰ ਇਹ ਹੈ ਕਿ ਇਸ ਦੌਰਾਨ 79,292 ਮਰੀਜ਼ ਠੀਕ ਹੋਏ ਨੇ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿੱਚ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ ਹੁਣ 49,30,000 ਹੋ ਗਈ ਹੈ। ਇਹਨਾਂ ਵਿੱਚੋਂ 80,776 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਐਕਟਿਵ ਕੇਸਾਂ ਦੀ ਗਿਣਤੀ 9,90,000 ਹੋ ਗਈ ਹੈ ਤੇ 38,59,000 ਲੋਕ ਠੀਕ ਹੋ ਚੁੱਕੇ ਨੇ। 29 ਸਾਲ ਪੁਰਾਣੇ IAS ਦੇ ਬੇਟੇ ਬਲਵੰਤ ਸਿੰਘ ਮਲਤਾਨੀ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸਮੀਰ ਸਿੰਘ ਸੈਣੀ ਨੂੰ ਰਾਹਤ ਮਿਲੀ ਹੈ। ਦੱਸਦੀ ਕਿ ਸੁਪਰੀਮ ਕੋਰਟ ਨੇ ਸੈਣੀ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਸੈਣੀ ਦੀ ਅਗਾਊਂ ਜ਼ਮਾਨਤ ਪਟੀਸ਼ਨ ਤੇ ਨੋਟਿਸ ਜਾਰੀ ਕਰ ਪੰਜਾਬ ਸਰਕਾਰ ਤੋਂ 2 ਹਫ਼ਤਿਆਂ ਵਿੱਚ ਜਵਾਬ ਤਲਬ ਕੀਤਾ। करीब 29 साल पुराने बलवंत सिंह मुल्तानी अगवा मामले 'ਚ सुप्रीम कोर्ट ने साबका DGP सुमेध सैनी की गिरफ्तारी ते रोक लगा दी है। इस दे नाल ही अगाऊ जमानत देने के भी हुक्म जारी किए गए ने। सुप्रीम कोर्ट ने पंजाब सरकार तो भी इस मामले 'ਚ 2 हफ्तियां अंदर जवाब दाखिल करन नूं किहा है। असल विच पंजाब ਅਤੇ हरियाणा हाई कोर्ट ਵੱਲੋਂ गैर जमानती वारंट जारी होने तो बाद सैनी ने सुप्रीम कोर्ट का रुख किया सी। ਸਾਬਕਾ DGP ਸੈਣੀ ਨੇ ਆਪਣੀਆਂ ਪਟੀਸ਼ਨ ਵਿੱਚ ਦਲੀਲ ਦਿੱਤੀ ਹੈ ਕਿ ਇਹ 29 ਸਾਲ ਪੁਰਾਣਾ ਮਾਮਲਾ ਹੈ। ਇਸ ਸੰਬੰਧੀ ਪਹਿਲਾਂ ਉਹਨਾਂ ਖਿਲਾਫ CBI ਨੇ ਵੀ ਕੇਸ ਦਰਜ ਕੀਤਾ ਸੀ, ਪਰ ਸੁਣਵਾਈ ਦੌਰਾਨ ਕੌਮੀ ਜਾਂਚ ਏਜੰਸੀ ਸੁਪਰੀਮ ਕੋਰਟ ਵਿੱਚ ਉਹਨਾਂ ਖਿਲਾਫ ਠੋਸ ਸਬੂਤ ਪੇਸ਼ ਨਹੀਂ ਕਰ ਸਕੀ, ਜਿਸ ਕਾਰਨ ਸੁਪਰੀਮ ਕੋਰਟ ਨੇ ਉਹਨਾਂ ਨੂੰ ਰਾਹਤ ਦਿੰਦਿਆਂ ਉਹਨਾਂ ਖਿਲਾਫ ਦਰਜ ਕੇਸ ਨੂੰ ਮੁੱਢੋਂ ਰੱਦ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਸੈਣੀ ਦੇ ਵਕੀਲਾਂ ਦੀ ਇਸ ਦਲੀਲ ਦੇ ਮੱਦੇਨਜ਼ਰ ਉਸ ਨੂੰ ਵੱਡੀ ਰਾਹਤ ਦਿੱਤੀ ਹੈ। ਸੈਣੀ ਦੀ ਗ੍ਰਿਫਤਾਰੀ ਤੇ ਰੋਕ ਲੱਗ ਗਈ ਹੈ ਅਤੇ ਉਸ ਨੂੰ ਅਗਾਊਂ ਜ਼ਮਾਨਤ ਵੀ ਹੁਣ ਮਿਲ ਸਕੇਗੀ। ਜ਼ਿਕਰਯੋਗ ਹੈ ਕਿ ਸੁਮੇਧ ਸੈਣੀ ਦਸੰਬਰ 1991 ਵਿੱਚ ਮੋਹਾਲੀ ਦੇ ਵਸਨੀਕ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਦੇ ਕਤਲ ਕੇਸ ਵਿੱਚ ਘਿਰਿਆ ਹੋਇਆ ਹੈ। ਹਾਈ ਕੋਰਟ ਵੱਲੋਂ ਜ਼ਮਾਨਤ ਅਰਜ਼ੀ ਰੱਦ ਹੋਣ ਮਗਰੋਂ ਉਹ ਰੂਪੋਸ਼ ਸੀ। ਉਸ ਦੀ ਗ੍ਰਿਫਤਾਰੀ ਲਈ ਪੁਲਿਸ ਕਈ ਰਾਜਾਂ ਵਿੱਚ ਛਾਪੇ ਮਾਰ ਰਹੀ ਸੀ, ਪਰ ਹੁਣ ਸੁਪਰੀਮ ਕੋਰਟ ਨੇ ਸੁਮੇਧ ਸੈਣੀ ਨੂੰ ਵੱਡੀ ਰਾਹਤ ਦੇ ਦਿੱਤੀ ਹੈ। ਅੰਮ੍ਰਿਤਸਰ ਵਿਖੇ ਅੱਜ ਉਹੀ ਹੋਇਆ ਜਿਸ ਦਾ ਡਰ ਸੀ। ਦਰਅਸਲ ਸਤਿਕਾਰ ਕਮੇਟੀ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਅੱਗੇ 14 ਸਤੰਬਰ ਤੋਂ ਪੱਕਾ ਧਰਨਾ ਲਗਾਇਆ ਸੀ। ਅੱਜ ਸਵੇਰੇ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਦੀ ਸਿੱਖ ਜਥੇਬੰਦੀਆਂ ਨਾਲ ਝੜਪ ਹੋ ਗਈ। ਇਸ ਦੌਰਾਨ ਟਾਸਕ ਫੋਰਸ ਨੇ ਕਈ ਸਿੱਖ ਆਗੂਆਂ ਨੂੰ ਪੰਜਾਬ ਜਾ ਕੁੱਟਿਆ। ਇਸ ਝੜਪ 'ਚ ਕਈ ਲੋਕਾਂ ਦੀਆਂ ਦਸਤਾਰਾਂ ਵੀ ਉਤਰ ਗਈਆਂ। ਦੱਸਦੀ ਕਿ ਸਤਿਕਾਰ ਕਮੇਟੀ ਵੱਲੋਂ 328 ਸਰੂਪ ਗਾਇਬ ਹੋਣ ਦੇ ਮਾਮਲੇ 'ਚ ਅਸਲ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਕੱਟਣ ਦੀ ਕਾਰਵਾਈ ਨੂੰ ਲੈ ਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਸਤਿਕਾਰ ਕਮੇਟੀ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਅੱਗੇ 14 ਸਤੰਬਰ ਤੋਂ ਪੱਕਾ ਧਰਨਾ ਲਗਾਇਆ ਸੀ।
ਇਸ ਧਰਨੇ ਨੂੰ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਨਾਜਾਇਜ਼ ਕਰਾਰ ਦਿੱਤਾ ਸੀ। ਆਖਿਰ ਮੰਗਲਵਾਰ ਸਵੇਰੇ ਸਤਕਾਰ ਕਮੇਟੀਆਂ ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਿਚਕਾਰ ਝੜਪ ਹੋ ਗਈ, ਜਿਸ ਵਿੱਚ ਕੁਝ ਵਿਅਕਤੀਆਂ ਦੇ ਸੱਟਾਂ ਵੀ ਲੱਗੀਆਂ। ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਬਾਬਾ ਅਟਲ ਸਾਹਿਬ ਵਾਲੇ ਰਸਤੇ, ਗੁਰੂ ਰਾਮਦਾਸ ਸਰਾਂ ਦੇ ਨੇੜੇ ਅਤੇ ਮੰਜੀ ਸਾਹਿਬ ਦੀਵਾਨ ਹਾਲ ਨੂੰ ਜਾਂਦੇ ਰਸਤਿਆਂ ਤੇ ਟੀਨਾਂ ਦੇ ਬੈਰੀਕੇਡ ਲਗਾ ਦਿੱਤੇ ਗਏ ਨੇ। ਇਸ ਤੋਂ ਇਲਾਵਾ ਸੰਗਤਾਂ ਦਾ ਆਉਣਾ ਜਾਣਾ ਵੀ ਬੰਦ ਕਰ ਦਿੱਤਾ ਗਿਆ। ਇੱਥੋਂ ਤੱਕ ਕਿ ਉੱਥੇ ਮੌਜੂਦ ਜਥੇਬੰਦੀਆਂ ਸਮੇਤ ਮੀਡੀਆ ਕਰਮੀਆਂ ਦੀ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਤੇ ਜਥੇਬੰਦੀਆਂ ਦੇ ਕਈ ਕਾਰਕੁਨਾਂ ਨੂੰ ਵੀ ਬੰਦੀ ਬਣਾਇਆ ਗਿਆ। ਟਾਸਕ ਫੋਰਸ ਵੱਲੋਂ ਸੰਗਤਾਂ ਨੂੰ ਭਜਾ ਕੇ ਕੁੱਟਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਰਵੱਈਏ ਨੂੰ ਤਾਨਾਸ਼ਾਹੀ ਵਾਲਾ ਦੱਸਿਆ ਅਤੇ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ। ਬਹਿਬਲ ਕਲਾਂ ਗੋਲੀकांड ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਮਾਮਲੇ ਨਾਲ ਜੁੜੀਆਂ ਦੋ ਅਹਿਮ ਪਟੀਸ਼ਨਾਂ ਤੇ ਅੱਜ ਅਦਾਲਤ 'ਚ ਸੁਣਵਾਈ ਹੋਈ। ਪਹਿਲੀ ਪਟੀਸ਼ਨ ਜੋ ਜਾਂਚ ਟੀਮ ਵੱਲੋਂ ਦਾਇਰ ਕੀਤੀ ਗਈ ਸੀ, ਉਸ ਤੇ ਸੁਣਵਾਈ ਕਰਦਿਆਂ ਅਦਾਲਤ ਨੇ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਵਾਅਦਾ ਮਾਫ ਗਵਾਹ ਬਣਨ ਦੀ ਮਨਜ਼ੂਰੀ ਦੇ ਦਿੱਤੀ ਹੈ। ਉੱਥੇ ਹੀ ਬਹਿਬਲ ਕਲਾਂ ਗੋਲੀकांड 'ਚ ਮਰਨ ਵਾਲੇ ਕ੍ਰਿਸ਼ਨ ਭਗਵਾਨ ਦੇ ਭਰਾ ਵੱਲੋਂ ਪ੍ਰਦੀਪ ਸਿੰਘ ਨੂੰ ਸਰਕਾਰੀ ਗਵਾਹ ਬਣਾਉਣ ਤੇ ਇਤਰਾਜ਼ 'ਚ ਦਾਇਰ ਕੀਤੀ ਗਈ ਪਟੀਸ਼ਨ ਖਾਰਜ ਕਰ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਦੇ ਭਰਾ ਨੇ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਮੁੱਖ ਮੁਲਜ਼ਮ ਦੱਸਦਿਆਂ ਵਾਅਦਾ ਮਾਫ ਗਵਾਹ ਨਾ ਬਣਾਉਣ ਨੂੰ ਲੈ ਕੇ ਅਦਾਲਤ 'ਚ ਅਰਜ਼ੀ ਦਾਖਲ ਕੀਤੀ ਸੀ, ਜਿਸ ਤੇ ਸੁਣਵਾਈ ਕਰਦਿਆਂ ਅਦਾਲਤ ਨੇ ਉਸ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ ਲੋਕ ਸਭਾ 'ਚ ਖੇਤੀ ਸੈਕਟਰ ਨਾਲ ਜੁੜੇ 3 ਬਿੱਲ ਪੇਸ਼ ਕਰਨ ਮਗਰੋਂ ਪੰਜਾਬ ਦੇ ਕਿਸਾਨਾਂ ਨੇ ਆਰ-ਪਾਰ ਦੀ ਲੜਾਈ ਵਿੱਢ ਦਿੱਤੀ ਹੈ। ਅੱਜ ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਵੱਡੇ ਐਕਸ਼ਨ ਕਰ ਰਹੀਆਂ ਨੇ। 10 ਕਿਸਾਨ ਜਥੇਬੰਦੀਆਂ ਨੇ ਸੂਬੇ ਵਿੱਚ 25 ਥਾਵਾਂ ਉੱਤੇ ਸੜਕਾਂ ਜਾਮ ਕਰ ਦਿੱਤੀਆਂ ਤੇ ਲਗਾਤਾਰ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਵੱਲੋਂ ਹਾਈਵੇ ਜਾਮ ਕਰਨ ਦੇ ਐਲਾਨ ਤੇ ਅੱਜ ਸੂਬੇ ਭਰ ਦੇ ਕਿਸਾਨ ਨੈਸ਼ਨਲ ਹਾਈਵੇ ਜਾਮ ਕਰ ਰਹੇ ਨੇ। ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਖੇਤੀਬਾੜੀ ਆਰਡੀਨੈਂਸ ਦਾ ਵਿਰੋਧ ਕਰ ਰਹੇ ਨੇ ਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦੇ ਨਜ਼ਰ ਆਏ। ਇਸ ਦੇ ਤਹਿਤ ਅੱਜ ਰਾਜਪੁਰਾ ਸਰਹੰਦ ਨੈਸ਼ਨਲ ਹਾਈਵੇ ਨੂੰ ਵੀ ਕਿਸਾਨਾਂ ਨੇ ਜਾਮ ਕਰ ਦਿੱਤਾ ਤੇ ਲਗਾਤਾਰ ਕੇਂਦਰ ਸਰਕਾਰ ਖਿਲਾਫ ਹੱਲਾ ਬੋਲਿਆ। ਕੇਂਦਰ ਸਰਕਾਰ ਨੇ 3 ਆਰਡੀਨੈਂਸ ਕਿਸਾਨਾਂ ਦੀ ਮੌਤ ਦੇ ਵਾਰੰਟ ਕੱਢੇ ਆ, ਜਿਹੜੇ ਉਹਨਾਂ ਨੂੰ ਰੁਕਵਾਉਣ ਲਈ ਅਸੀਂ ਅੱਜ ਤਾਂ ਜਿਹੜਾ ਸਾਰੇ ਪੰਜਾਬ 'ਚ 8 ਜਗ੍ਹਾ ਤੇ ਜਾਮ ਲਾਇਆ, ਜਿਨ੍ਹਾਂ ਵਿੱਚੋਂ ਰਾਜਪੁਰਾ ਇੱਕ ਮੇਨ ਪੁਆਇੰਟ ਹੈ। ਜਿੰਨਾ ਚਿਰ ਮੋਦੀ ਸਰਕਾਰ ਆਪਣੇ ਆਰਡੀਨੈਂਸ ਵਾਪਸ ਨਹੀਂ ਲੈਂਦੀ, ਉਨਾ ਚਿਰ ਜਿਹੜੇ ਧਰਨੇ ਜਾਰੀ ਰਹਿਣਗੇ। ਪਾਰਲੀਮੈਂਟ ਦੇ ਵਿੱਚ ਕੱਲ ਜੋ ਅਜਲਾਸ ਸ਼ੁਰੂ ਹੋ ਗਿਆ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਉਹ 3 ਆਰਡੀਨੈਂਸ ਲਿਆਂਦੇ ਨੇ, ਉਹ ਪਾਸ 16-17 ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸਾਨੂੰ ਗਿਲਾ ਹੈ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਗੈਰ ਹਾਜ਼ਰ ਹੋ ਗਿਆ। ਪਹਿਲਾਂ ਵਿਧਾਨ ਸਭਾ 'ਚ ਗੈਰ ਹੋ ਜਾਏਗਾ ਔਰ ਹੁਣ ਉੱਥੇ ਪਾਰਲੀਮੈਂਟ ਦੇ ਵਿੱਚ ਕੱਲ ਗੈਰ ਹਾਜ਼ਰ ਹੋਇਆ ਹੈ। ਜੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਮੌਕਾ ਹੋਰ ਹੈ, ਜੋ ਕੱਲ ਪਰਸੋਂ ਵੋਟਾਂ ਉਹਦੇ ਤੇ ਪੈਣੀਆਂ ਨੇ, ਜੇ ਵੋਟ ਅਕਾਲੀ ਦਲ ਪਾ ਜਾਏਗਾ ਤੇ ਸਦਾ ਲਈ ਰਾਜਸੀ ਕਬਰ ਆਪਦੀ ਪੱਟ ਜਾਏਗਾ। ਅਸੀਂ ਫਿਰ ਵੀ ਉਹਨਾਂ ਨੂੰ ਸੁਚੇਤ ਕਰਦੇ ਅਕਾਲੀ ਦਲ ਵਾਲਿਆਂ ਨੂੰ, ਤੁਸੀਂ ਸਿਆਣੇ ਬਣ ਜਾਓ, ਤੁਸੀਂ ਕਿਸਾਨ ਦੇ ਪੁੱਤਰ ਬਣੋ, ਕਿਸਾਨਾਂ ਦੇ ਨਾਲ ਖਲੋਵੋ। ਜੇ ਕਿਸਾਨਾਂ ਦੇ ਇਸੇ ਤਰ੍ਹਾਂ ਹੀ ਪਿੱਠ ਵਿੱਚ ਛਾਤੀ ਵਿੱਚ ਛੁਰੇ ਮਾਰੇ, ਆਉਣ ਵਾਲੇ ਭਵਿੱਖ ਵਿੱਚ ਤੁਹਾਨੂੰ ਨਹੀਂ ਬਖਸ਼ਿਆ ਜਾਏਗਾ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਕਿਸਾਨ ਆਪਣੇ ਇਲਾਕਿਆਂ 'ਚ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਸਨ, ਪਰ ਸਰਕਾਰ ਵੱਲੋਂ ਉਹਨਾਂ ਦੀ ਇੱਕ ਵੀ ਨਹੀਂ ਸੁਣੀ ਜਾ ਰਹੀ। ਉਧਰ ਬੀਤੇ ਦਿਨ ਕਿਸਾਨਾਂ ਨੇ ਬਿਆਸ ਪੁਲ ਤੇ ਵੀ ਪੱਕਾ ਮੋਰਚਾ ਲਗਾ ਦਿੱਤਾ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਇਹ ਆਰਡੀਨੈਂਸ ਰੱਦ ਨਹੀਂ ਕਰਦੀ ਤਾਂ ਉਦੋਂ ਤੱਕ ਉਹ ਆਪਣਾ ਧਰਨਾ ਨਹੀਂ ਚੁੱਕਣਗੇ। ਉਧਰ ਖੰਨਾ 'ਚ ਵੀ ਕਿਸਾਨਾਂ ਨੇ ਨੈਸ਼ਨਲ ਹਾਈਵੇ ਨੂੰ ਜਾਮ ਕਰਕੇ ਮੋਦੀ ਸਰਕਾਰ ਨੂੰ ਕੋਸਿਆ। ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਮੰਡੀਆਂ ਦੇ ਆੜਤੀਏ, ਮੁਨੀਮ ਯੂਨੀਅਨ ਤੇ ਮਜ਼ਦੂਰਾਂ ਦਾ ਸਾਥ ਵੀ ਮਿਲ ਰਿਹਾ ਹੈ। ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਨੇ ਵੀ ਧਰਨੇ ਤੇ ਪਹੁੰਚ ਕੇ ਕਿਸਾਨਾਂ ਦੇ ਸੰਘਰਸ਼ ਨੂੰ ਆਪਣਾ ਸਮਰਥਨ ਦਿੱਤਾ। ਦੇਖੋ, ਜਿਹੜੇ ਕਿਸਾਨ ਵਿਰੋਧੀ ਇੱਕ ਕਾਲੇ ਕਾਨੂੰਨ ਲਿਆ ਕੇ ਪਹਿਲਾਂ ਤਾਂ ਆਰਡੀਨੈਂਸ ਜਾਰੀ ਕੀਤੇ ਗਏ ਔਰ ਹੁਣ ਪਾਰਲੀਮੈਂਟ ਦੇ ਵਿੱਚ ਉਹ ਕਾਨੂੰਨ ਜਿਹੜਾ ਵਾ ਬਣ ਜਾ ਰਿਹਾ, ਤਾਂ ਉਹਦੇ ਵਿਰੋਧ 'ਚ ਅੱਜ ਸਮੁੱਚੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਕਿਸਾਨ ਨੇ ਔਰ ਕਾਂਗਰਸ ਪਾਰਟੀ ਵੀ ਅੱਜ ਡਟ ਕੇ ਇਸ ਗੱਲ ਦਾ ਵਿਰੋਧ ਕਰ ਰਹੀ ਹੈ। ਔਰ ਜੇ ਕਿਸਾਨ ਦੇ ਕੋਲੋਂ ਇਹ MSP ਚਲੀ ਗਈ ਜਾਂ ਮੰਡੀਆਂ ਦੀ ਜਿਹੜੀ ਖੁੱਲ੍ਹ ਦੇ ਦਿੱਤੀ ਗਈ, ਜੋ BJP ਨਾਰਾ ਲਾ ਰਹੀ ਹੈ ਕਿ 1 ਨੇਸ਼ਨ 1 ਮੰਡੀ,
ਇਹ ਬਹੁਤ ਹੀ ਘਾਤਕ ਸਿੱਧ ਹੋਊਗੀ। ਔਰ ਇਹਦੇ ਨਾਲ ਜਿੱਥੇ ਕਿਸਾਨ ਜਿਹੜਾ ਵਾ ਬਿਲਕੁਲ ਹੀ ਉਹਦੀ ਹਾਲਾਤ ਜਿਹੜੇ ਨੇ ਬੜੇ ਖਰਾਬ ਹੋ ਜਾਣਗੇ, ਉਹਦੇ ਨਾਲ ਨਾਲ ਸਾਡੇ ਸੂਬੇ ਦੀ ਜਿਹੜੀ ਡਿਵੈਲਪਮੈਂਟ ਆ, ਵਿਕਾਸ ਆ, ਉਹ ਵੀ ਰੁਕ ਜਾਏਗਾ। ਸੋ ਇਸ ਕਰਕੇ ਅਸੀਂ ਅੱਜ ਸੜਕਾਂ ਤੇ ਉਤਰੇ ਆ ਔਰ ਅਸੀਂ ਇਹੋ ਜਿਹੇ ਕਾਨੂੰਨ ਜਿਹੜੇ ਨੇ ਬਿਲਕੁਲ ਬਣ ਨਹੀਂ ਦਿਆਂਗੇ। ਖੇਤੀ ਆਰਡੀਨੈਂਸਾਂ ਖਿਲਾਫ ਪਹਿਲਾਂ ਜ਼ਿਲ੍ਹਾ ਪੱਧਰ ਤੇ ਵਿਰੋਧ ਪ੍ਰਦਰਸ਼ਨਕਾਰੀਆਂ ਕਿਸਾਨ ਜਥੇਬੰਦੀਆਂ ਨੇ ਆਪਣੀ ਰਣਨੀਤੀ ਬਦਲ ਦਿੱਤੀ ਹੈ। ਅੱਜ ਕਿਸਾਨਾਂ ਵੱਲੋਂ ਸੂਬੇ 'ਚ 25 ਦੇ ਕਰੀਬ ਸਥਾਨਾਂ ਤੇ ਹਾਈਵੇ ਜਾਮ ਕੀਤੇ ਗਏ। ਉਧਰ ਬਟਾਲਾ ਵਿਖੇ ਕਿਸਾਨਾਂ ਨੇ ਅੰਮ੍ਰਿਤਸਰ ਜੰਮੂ ਮਾਰਗ ਨੂੰ ਜਾਮ ਕਰ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਆਰਡੀਨੈਂਸ ਵਾਪਸ ਨਹੀਂ ਲੈਂਦੀ, ਉਹ ਇਸੇ ਤਰੀਕੇ ਦੇ ਨਾਲ ਆਪਣਾ ਸੰਘਰਸ਼ ਜਾਰੀ ਰੱਖਣਗੇ। ਇਹ ਅਸੀਂ ਬੰਦ ਤਾਂ ਕੀਤਾ ਵਾ ਕਿ ਜਿਹੜੇ ਮੋਦੀ ਸਰਕਾਰ ਨੇ 3 ਆਰਡੀਨੈਂਸ ਸਾਡੇ ਤੇ ਪੇਸ਼ ਕੀਤੇ ਆ, ਉਹ ਬਹੁਤ ਘਾਤਕ ਵਾ। ਉਹਨਾਂ ਨਾਲ ਸਾਡੀ ਜ਼ਮੀਨ ਜਾਂਦੀ ਰਹਿਣੀ ਆ, ਉਹਦੇ ਨਾਲ ਸਾਡਾ ਬਿਜਲੀ ਬੋਰਡ ਟੁੱਟ ਜਾਣਾ, ਉਹਦੇ ਨਾਲ ਸਾਡਾ ਮਤਲਬ ਮੰਡੀਕਰਨ ਟੁੱਟ ਜਾਣਾ। ਇਸ ਕਰਕੇ ਸਾਡੀ ਬਰਬਾਦੀ ਆ। ਤਾਂ ਕਰਕੇ ਅਸੀਂ ਇਹ ਬੰਦ ਕੀਤਾ ਕਿ ਜਿੰਨਾ ਚਿਰ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਸੰਘਰਸ਼ ਜਾਰੀ ਰੱਖਾਂਗੇ। ਜਿਹੜੇ ਸੈਂਟਰ ਸਰਕਾਰ ਨੇ 3 ਆਰਡੀਨੈਂਸ ਪਾਸ ਕੀਤੇ ਆ, ਉਹਦੇ ਸਬੰਧ ਵਿੱਚ ਅਸੀਂ 1.5 ਮਹੀਨੇ ਤੋਂ ਲੜਾਈ ਲੜਦੇ ਆ। 26 ਤਰੀਕ ਨੂੰ ਪਿਛਲੇ ਅਸੀਂ ਮੰਗ ਪੱਤਰ ਦਿੱਤਾ ਬੀਜੇਪੀ ਦੇ ਪ੍ਰਧਾਨ ਨੂੰ, ਕਿਸੇ ਨੇ ਗੱਲ ਨਹੀਂ ਕੀਤੀ। ਫਿਰ ਅਸੀਂ ਜੇਲ੍ਹ ਭਰੋ ਅੰਦੋਲਨ ਕੀਤਾ 10 ਤਰੀਕ ਨੂੰ, ਉਹਦੇ 'ਚ ਵੀ ਕੁਛ ਨਹੀਂ ਆ। ਹੁਣ ਹਾਰ ਕੇ ਅੱਜ 11 ਹਾਈਵੇ ਜਿਹੜੇ ਆ ਇਹ ਬੰਦ ਕੀਤੇ ਆ ਵੀ ਜਿੰਨਾ ਚਿਰ ਸੈਂਟਰ ਸਰਕਾਰ ਇਹ ਆਰਡੀਨੈਂਸ ਰੱਦ ਨਹੀਂ ਕਰਦੀ, ਉਹਨਾਂ ਚਿਰ ਸੰਘਰਸ਼ ਇੱਦਾਂ ਜਾਰੀ ਰਹੂਗਾ। ਖੇਤੀ ਆਰਡੀਨੈਂਸਾਂ ਦੇ ਮੁੱਦੇ ਤੇ ਅੱਜ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਿੱਲੀ 'ਚ ਪ੍ਰੈਸ ਕਾਨਫਰੰਸ ਕੀਤੀ ਅਤੇ ਕੈਪਟਨ ਤੇ ਬਾਦਲਾਂ ਤੇ ਗੰਭੀਰ ਆਰੋਪ ਲਗਾਏ। ਇਸ ਮੌਕੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਵੀ ਮੌਜੂਦ ਰਹੇ। ਖੇਤੀ ਆਰਡੀਨੈਂਸ ਦੇ ਮਾਮਲੇ 'ਚ ਸੰਗਰੂਰ ਤੋਂ ਸੰਸਦ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਅਕਾਲੀ ਦਲ ਤੇ ਕਾਂਗਰਸ ਦੋਵਾਂ ਤੇ ਕਿਸਾਨਾਂ ਨਾਲ ਧੋਖਾ ਕਰਨ ਦੇ ਆਰੋਪ ਲਗਾਏ ਨੇ। ਦਿੱਲੀ ਵਿਖੇ ਪ੍ਰੈਸ ਕਾਨਫਰੰਸ ਕਰ ਰਹੇ ਭਗਵੰਤ ਮਾਨ ਨੇ ਕਿਹਾ ਕਿ ਕੱਲ ਸੰਸਦ 'ਚ ਖੇਤੀ ਆਰਡੀਨੈਂਸ ਪੇਸ਼ ਕੀਤੇ ਗਏ ਤਾਂ ਅਕਾਲੀ ਦਲ ਦੇ ਸੰਸਦ ਮੈਂਬਰ ਸੁਖਬੀਰ ਬਾਦਲ ਤੇ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਅਤੇ ਉਹਨਾਂ ਦੀ ਪਾਰਟੀ ਦੇ 2 ਰਾਜ ਸਭਾ ਮੈਂਬਰ ਜਾਣ-ਬੁੱਝ ਕੇ ਸੰਸਦ ਵਿੱਚੋਂ ਗੈਰ ਹਾਜ਼ਰ ਰਹੇ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਹਮੇਸ਼ਾ ਅਕਾਲੀ ਦਲ ਨੂੰ ਵੋਟਾਂ ਪਾ ਕੇ ਜਿਤਾਉਂਦੇ ਰਹੇ, ਪਰ ਜਦ ਬਾਦਲਾਂ ਦੀ ਵਾਰੀ ਆਈ ਤਾਂ ਉਹ ਕਿਸਾਨਾਂ ਦੇ ਹੱਕ 'ਚ ਆਪਣੀਆਂ 4 ਵੋਟਾਂ ਵੀ नहीं पा सके। सबसे दुख की बात कल उस समय हुई जब मैं संसद में था। बिल पेश करते समय श्रोमणी अकाली दल, जो अपने आप को किसान हितैषी पार्टी कहता है, सुखबीर बादल उनके एमपी हैं और उनकी पत्नी जो है हरसिमरत कौर, वो सेंटर में मिनिस्टर है, वो दोनों गैर हाजिर थे। उनकी गैर हाजिरी भी किसानों के साथ गद्दारी के रूप में देखी जा रही है। पंजाब में बहुत विरोध हो रहा है इस बात का कि आते कल वो विरोध करते इस बिल का कि इस बिल को नहीं आना चाहिए, नहीं टेबल होना चाहिए, नहीं आए वो। इससे पहले जब कैबिनेट में ये ऑर्डिनेंस आया था तब भी हरसिमरत कौर वहाँ मौजूद थी, तब भी उसने विरोध नहीं किया। तो सबसे पहले तो मुझे ये पक्का पता है कि कल जब वोटिंग होगी तो इतनी जुर्रत नहीं है अकाली दल की, सुखबीर बादल की, कि वो बीजेपी द्वारा लाए गए किसी बिल का विरोध कर दें या पंजाब के किसानों के पक्ष में कोई वोट कर दें। इतनी जरूरत नहीं है क्योंकि उन्होंने ऑलरेडी किसानों के हित बेच दिए हैं बीजेपी के हाथों। जो भी बीजेपी कहती है वो करना पड़ता उनको। वो एक कैबिनेट की मंत्री पद की कुर्सी बचाने के लिए उन्होंने पंजाब को गिरवी रख दिया है बीजेपी के पास। अगर हिम्मत है तो कल विरोध करें और कल इस बिल के विरोध में वोटिंग करें। किसानों ने लाखों वोट इनके पक्ष में दिए, लेकिन जब किसानों के पक्ष में वोट करने की बारी आई है तो 4 वोट हैं इनके, 2 उधर हैं राज्यसभा में, 2 लोकसभा में, तो 4 वोट नहीं दे सकते। इससे बड़ी शर्म वाली बात नहीं होगी इनके लिए। ਭਗਵੰਤ ਮਾਨ ਨੇ ਕਿਹਾ ਕਿ ਕੇਂਦਰੀ ਰਾਜ ਮੰਤਰੀ ਦੇ ਲੋਕ ਸਭਾ 'ਚ ਕੀਤੇ ਖੁਲਾਸੇ ਤੋਂ ਸਾਬਿਤ ਹੋ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੀ ਖੇਤੀ ਆਰਡੀਨੈਂਸਾਂ ਦੀ ਹਮਾਇਤ 'ਚ ਸਨ, ਪਰ ਹੁਣ ਕਿਸਾਨਾਂ ਦੀ ਨਾਰਾਜ਼ਗੀ ਦੇ ਡਰ ਤੋਂ ਪੰਜਾਬ 'ਚ ਡਰਾਮੇਬਾਜ਼ੀ ਕਰ ਰਹੇ ਨੇ। ਮਾਨ ਨੇ ਕਿਹਾ ਕਿ ਕਿਸਾਨ ਅਕਾਲੀ ਦਲ ਅਤੇ ਕਾਂਗਰਸ ਦੀ ਚਾਲ ਸਮਝ ਚੁੱਕੇ ਨੇ ਅਤੇ ਹੁਣ ਉਹਨਾਂ ਦਾ ਦੋਵਾਂ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਾ ਹੈ। कल एक और खुलासा हुआ जब मंत्री जी ने ये बोला कि जब ये बिल इस ऑर्डिनेंस के बारे में इसको लाने की तजवीज चल रही थी तब पंजाब के मुख्यमंत्री उस कमेटी में शामिल थे जिसने ये कहा, तजवीज किया कि हाँ ये बिल आना चाहिए।
तो इसका मतलब कांग्रेस वाले भी और मनप्रीत बादल ने एक मीटिंग अटेंड की जो कि फाइनेंस मिनिस्टर हैं, और दूसरी मीटिंग में कैप्टन साहब खुद थे। अब कांग्रेस भी ये बताए, अपना स्टैंड स्पष्ट करे वो किस तरफ है। एक तरफ तो विरोध कर रहे हैं, दूसरी तरफ जब तजवीज हो रही है तो कह रहे हैं हाँ जी ये बिल आना चाहिए, और अब विरोध कर रहे हैं बाहर से। तो कांग्रेस भी अपना स्टैंड स्पष्ट करे और अकाली दल भी अपना स्टैंड स्पष्ट करे, वो किसानों के साथ है जब बीजेपी के साथ है। ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨਾਂ ਵੱਲੋਂ ਭਲਕੇ ਬਠਿੰਡਾ ਸਥਿਤ ਬੀਬੀ ਹਰਸਿਮਰਤ ਕੌਰ ਬਾਦਲ ਦੀ ਰਿਹਾਇਸ਼ ਤੇ ਘਿਰਾਓ ਦਾ ਵੀ ਐਲਾਨ ਕੀਤਾ। ਮਾਨ ਨੇ ਕਿਹਾ ਕਿ ਪੰਜਾਬ ਦੇ ਕੋਨੇ-ਕੋਨੇ ਤੋਂ ਕਿਸਾਨ ਆਪਣੇ ਟਰੈਕਟਰ ਲੈ ਕੇ ਹਰਸਿਮਰਤ ਦੇ ਘਰ ਬਾਹਰ ਪਹੁੰਚਣਗੇ। ਉਹਨਾਂ ਟਰੈਕਟਰ ਤੇ ਫਾਰ ਸੇਲ ਲਿਖਿਆ ਹੋਵੇਗਾ, ਕਿਉਂਕਿ ਪੰਜਾਬ ਦੀ ਖੇਤੀ ਤੇ ਕਿਸਾਨ ਹੀ ਨਹੀਂ ਬਚਣਗੇ ਤਾਂ ਖੇਤੀ ਸੰਦਾਂ ਦੀ ਜ਼ਰੂਰਤ ਵੀ ਨਹੀਂ ਰਹੇਗੀ। ਬਿਊਰੋ ਰਿਪੋਰਟ, ਟੀਵੀ ਪੰਜਾਬ। ਉਧਰ ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਨੇ ਵੀ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕੈਪਟਨ ਸਾਹਿਬ ਪੰਜਾਬ ਦੇ ਕਿਸਾਨਾਂ ਨੂੰ ਹਨੇਰੇ 'ਚ ਨਾ ਰੱਖੋ, ਲੋਕਾਂ ਨੂੰ ਦੱਸੋ ਕਿ ਖੇਤੀ ਆਰਡੀਨੈਂਸ ਤੇ ਤੁਸੀਂ ਪੰਜਾਬ ਦੇ ਨਾਲ ਹੋ ਜਾਂ ਤੁਸੀਂ ਵੀ ਬਾਦਲਾਂ ਵਾਂਗ ਕੇਂਦਰ ਸਰਕਾਰ ਦੇ ਨਾਲ ਖੜੇ ਹੋ। मैं कुछ तथ्य रखने चाहूँगा जिस दे नाल स्पष्ट हो जाएगा कि इन्हां ऑर्ਡੀਨੈਂਸਿਸ ਨੂੰ ਲੈ ਕੇ ਆਉਣ ਦੇ ਵਿੱਚ ਜਿੰਨੀ ਗੁਨਾਹਗਾਰ ਬੀਜੇਪੀ ਅਕਾਲੀ ਦਲ ਹੈ, ਉਨੀ ਹੀ ਕੈਪਟਨ ਅਮਰਿੰਦਰ ਸਿੰਘ ਔਰ ਕਾਂਗਰਸ ਪਾਰਟੀ ਵੀ ਹੈ। ਇਹਨਾਂ ਆਰਡੀਨੈਂਸਿਸ ਨੂੰ ਔਰ ਇਹ ਜਿਹੜੇ ਤੱਥ ਮੈਂ ਅੱਜ ਰੱਖਣ ਜਾ ਰਿਹਾ, ਇਹ ਕੋਈ ਅਮਨ ਅਰੋੜਾ ਦੇ ਨਹੀਂ, ਇਹ ਨੀਤੀ ਆਯੋਗ ਦੇ ਤੱਥ ਨੇ ਜਿਹੜੇ ਮੈਂ ਦੱਸਣ ਜਾ ਰਿਹਾ। 5th ਕੌਂਸਲ ਗਵਰਨਿੰਗ ਕੌਂਸਲ ਨੀਤੀ ਆਯੋਗ ਦੇ ਵਿੱਚ ਇਹ ਡਿਸਾਈਡ ਹੋਇਆ ਸੀਗਾ ਪ੍ਰਧਾਨ ਮੰਤਰੀ ਵੱਲੋਂ ਕਿ ਕਿਸਾਨਾਂ ਦੀ ਇਨਕਮ ਨੂੰ ਸੋ ਕਾਲਡ ਕਿਵੇਂ ਕਰਨਾ, ਉਹ 'ਚ ਗਰੋਥ ਰੇਟ ਕਿਵੇਂ ਵਧਾਉਣਾ ਹੈ, ਜਿਹਦੀ ਵਜ੍ਹਾ ਕਰਕੇ ਇੱਕ ਹਾਈ ਪਾਵਰਡ ਕਮੇਟੀ ਹੈ ਜਿਹੜੀ ਉਹ ਮੁੱਖ ਮੰਤਰੀਆਂ ਦੀ ਬਣਾਈ ਗਈ ਸੀਗੀ, ਜਿਸ ਦੇ ਵਿੱਚ ਪੰਜਾਬ ਦੇ, ਮੱਧ ਪ੍ਰਦੇਸ਼ ਦੇ, ਹਰਿਆਣਾ ਦੇ, ਉੜੀਸਾ ਦੇ, ਮਹਾਰਾਸ਼ਟਰ ਦੇ, ਅਰੁਣਾਚਲ ਪ੍ਰਦੇਸ਼ ਦੇ, ਗੁਜਰਾਤ ਦੇ ਜਿਹੜੇ ਮੁੱਖ ਮੰਤਰੀ ਸੀਗੇ ਉਹ ਪਾਏ ਗਏ ਸੀਗੇ। ਤੇ ਇਸ ਕਮੇਟੀ ਨੇ 2 ਮਹੀਨਿਆਂ ਦੇ ਵਿੱਚ ਆਪਣੀ ਜਿਹੜੀ ਰਿਪੋਰਟ ਹੈ ਉਹ ਸਬਮਿਟ ਕਰਨੀ ਸੀਗੀ। ਤੇ ਜਿਹੜਾ ਇਸ ਕਮੇਟੀ ਦਾ ਟਰਮਸ ਆਫ ਰੈਫਰੈਂਸ, ਯਾਨੀ ਕਿ ਇਸ ਕਮੇਟੀ ਦਾ ਕੰਮ ਕੀ ਸੀਗਾ, ਉਹ ਸੀਗਾ ਕਿ ਕਿਸ ਤਰੀਕੇ ਦੇ ਨਾਲ ਇਹਦੇ ਉੱਪਰ ਡਿਸਕਸ਼ਨ ਹੋਣੀ ਚਾਹੀਦੀ ਹੈ ਕਿ ਕਿਸ ਤਰੀਕੇ ਦੇ ਨਾਲ ਕਿਸਾਨੀ ਐਗਰੀਕਲਚਰ ਦੇ ਵਿੱਚ ਰਿਫਾਰਮਸ ਨੇ ਜਿਹੜੇ ਉਹ ਲੈ ਕੇ ਆਉਣੇ ਚਾਹੀਦੇ ਨੇ, ਜਿਹੜੀ ਫੂਡ ਪ੍ਰੋਸੈਸਿੰਗ ਦੇ ਵਿੱਚ ਕਿਸ ਤਰੀਕੇ ਨਾਲ ਗਰੋਥ ਹੈ ਜਿਹੜੀ ਉਹਨੂੰ ਹੋਰ ਤੇਜ਼ ਕਰਨਾ ਹੈ, ਖੇਤੀਬਾੜੀ ਦੇ ਵਿੱਚ ਜਿਹੜੇ ਪ੍ਰਾਈਵੇਟ ਇਨਵੈਸਟਮੈਂਟ ਕਿਵੇਂ ਲੈ ਕੇ ਆਉਣੀਆਂ ਨੇ, ਪਾਣੀ ਕਿਸ ਤਰੀਕੇ ਨਾਲ ਸਾਂਭ ਸੰਭਾਲ ਕਰਨਾ ਹੈ, ਤੇ ਸਟੇਟਾਂ ਨੂੰ ਕਿਸ ਤਰੀਕੇ ਦੇ ਨਾਲ ਕਹਿਣਾ ਔਰ ਸਮਝਾਉਣਾ, ਤੇ ਨਾਲ ਤਾਂ ਕਿ APMC ਐਕਟ ਦੇ ਵਿੱਚ, ਐਸੈਂਸ਼ੀਅਲ ਕਮੋਡਿਟੀਜ਼ ਐਕਟ ਦੇ ਵਿੱਚ ਤਬਦੀਲੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਸਕਣ। ਇਸ ਕਮੇਟੀ ਦੀਆਂ 2 ਮੀਟਿੰਗਾਂ ਹੋਈਆਂ। ਮੈਂ ਮੁੱਖ ਮੰਤਰੀ ਸਾਹਿਬ ਦੇ ਨਾਲ ਖਜ਼ਾਨਾ ਮੰਤਰੀ ਸਾਹਿਬ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਪੁੱਛੂਗਾ ਕਿ ਇਹ ਜਿਹੜੀ ਮੀਟਿੰਗ ਹੋਈ ਹੈ, ਜਿਸ ਦੀਆਂ ਰਿਕਾਰਡਿੰਗਸ ਨੇ, ਜਿਹੜੀਆਂ ਮੀਟਿੰਗ ਦੀਆਂ ਪ੍ਰੋਸੀਡਿੰਗਸ ਨੇ ਜਿਹੜੀਆਂ ਉਹ ਨੀਤੀ ਆਯੋਗ ਦੀ ਰਿਪੋਰਟ ਦੇ ਵਿੱਚ ਸ਼ਾਮਲ ਨੇ, ਤੇ ਹਿੰਦੂ ਪੇਪਰ ਨੇ ਵੀ ਉਸ ਸਮੇਂ ਇਸ ਨੂੰ ਕਵਰ ਕੀਤਾ ਸੀਗਾ। ਤੇ ਮੈਂ ਪੁੱਛਣਾ ਚਾਹੂੰਗਾ ਤੁਹਾਡੇ ਤੋਂ ਕਿ ਇਸ ਮੀਟਿੰਗ ਦੇ ਵਿੱਚ ਇਹ ਜਿਹੜੀਆਂ APMC ਐਕਟ, ਕੰਟਰੈਕਟ ਫਾਰਮਿੰਗ ਐਕਟ, ਐਸੈਂਸ਼ੀਅਲ ਕਮੋਡਿਟੀਜ਼ ਐਕਟ, ਇਹਦੇ ਉੱਪਰ ਕੀ ਡਿਸਕਸ਼ਨਾਂ ਹੋਈਆਂ, ਤੁਹਾਨੂੰ ਪੰਜਾਬ ਨੂੰ ਦੱਸਣਾ ਚਾਹੀਦਾ ਹੈ। ਔਰ ਪੰਜਾਬ ਸਰਕਾਰ ਨੇ ਜਿਹੜੀਆਂ 15 ਦਿਨਾਂ ਦੇ ਵਿੱਚ ਆਪਦੀਆਂ ਰਿਕਮੈਂਡੇਸ਼ਨਸ ਦੇਣੀਆਂ ਸੀਗੀਆਂ ਉਹ ਕੀ ਦਿੱਤੀਆਂ ਨੇ ਉਸ ਨੀਤੀ ਆਯੋਗ ਨੂੰ, ਉਸ ਹਾਈ ਪਾਵਰਡ ਕਮੇਟੀ ਨੂੰ, ਤਾਂ ਕਿ ਪਤਾ ਲੱਗ ਸਕੇ ਕਿ ਤੁਹਾਡਾ ਕੀ ਸਟੈਂਡ ਰਿਹਾ ਹੈ। ਸੰਸਦ 'ਚ ਖੇਤੀ ਆਰਡੀਨੈਂਸਾਂ ਨੂੰ ਪੇਸ਼ ਕਰਨ ਤੋਂ ਪਹਿਲਾਂ ਕੇਂਦਰ ਵੱਲੋਂ ਪੰਜਾਬ ਨੂੰ ਭਰੋਸੇ 'ਚ ਲੈਣ ਦੇ ਕੀਤੇ ਦਾਅਵੇ ਨੂੰ ਮੂਲੋਂ ਰੱਦ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਕੋਲ ਅਪੀਲ ਕੀਤੀ ਕਿ ਉਹ ਇਸ ਨੂੰ ਕਾਨੂੰਨ ਬਣਾਉਣ ਲਈ ਅੱਗੇ ਨਾ ਵਧਾਉਣ। ਇਸ ਦੇ ਨਾਲ ਹੀ ਉਹਨਾਂ ਐਲਾਨ ਕੀਤਾ ਕਿ ਉਹ ਆਪਣੀ ਪਾਰਟੀ ਦੇ 11 ਮੈਂਬਰੀ ਵਫਦ ਦੀ ਅਗਵਾਈ ਕਰਨਗੇ, ਜਿਹੜਾ ਬੁੱਧਵਾਰ ਨੂੰ ਇਸ ਖਤਰਨਾਕ ਆਰਡੀਨੈਂਸਾਂ ਖਿਲਾਫ ਰਾਜਪਾਲ ਨੂੰ ਮਿਲ ਕੇ ਆਪਣਾ ਮੰਗ ਪੱਤਰ ਦੇਵੇਗਾ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਫਦ 'ਚ ਮੁੱਖ ਮੰਤਰੀ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਕੁਝ ਮੰਤਰੀ ਤੇ ਪਾਰਟੀ ਦੇ ਵਿਧਾਇਕ ਵੀ ਸ਼ਾਮਲ ਹੋਣਗੇ। ਉਧਰ ਫਾਜ਼ਿਲਕਾ ਪਹੁੰਚੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕੇਂਦਰੀ ਰਾਜ ਮੰਤਰੀ ਦੇ ਦਾਅਵੇ ਦਾ ਖੰਡਨ ਕੀਤਾ ਅਤੇ ਕਿਹਾ ਕਿ ਕਾਂਗਰਸ ਖੇਤੀ ਆਰਡੀਨੈਂਸਾਂ ਦਾ ਸਖਤ ਵਿਰੋਧ ਕਰਦੀ ਹੈ। ਬਿਲਕੁਲ ਗਲਤ ਗੱਲ ਹੈ। ਸਾਡੇ CM ਸਾਹਿਬ ਨੇ ਠੋਕ ਵਜਾ ਕੇ ਉਹਦੀ ਵਿਰੋਧਤਾ ਕੀਤੀ ਹੈ, ਸਾਡੀ ਪਾਰਟੀ ਨੇ ਕੀਤੀ ਹੈ। ਅਸੀਂ ਕੱਲ ਵੀ ਕਰਦੇ ਸੀ, ਅਸੀਂ ਅੱਜ ਵੀ ਕਰਦੇ, ਕੱਲ ਨੂੰ ਵੀ ਕਰਾਂਗੇ। ਔਰ ਦੂਜੀ ਗੱਲ, ਜਿਹੜਾ ਕਿਸਾਨ ਵਿਰੋਧੀ ਆਰਡੀਨੈਂਸ ਲੈ ਕੇ ਆਏ ਨੇ, ਇਹ ਪੰਜਾਬ ਤੇ ਹਰਿਆਣਾ ਦਾ ਮੌਤ ਵਾਰੰਟ ਹੈ, ਇਹ ਡੈਥ ਵਾਰੰਟ ਹੈ ਸਾਡੇ 2 ਸਟੇਟਾਂ ਦਾ। ਔਰ ਸਾਡੇ ਕਿਸਾਨ ਨੂੰ ਜਿਹੜਾ ਖੁਦਕੁਸ਼ੀ ਦਾ ਪਹਿਲਾਂ ਹੀ ਕਰਜ਼ੇ ਦਾ ਕਰ ਰਹੇ ਸੀ, ਇਹ ਇੱਕ ਬਹੁਤ ਵੱਡਾ ਸਾਡੇ ਉੱਤੇ ਬੋਝ ਹੋਗਾ। ਸਾਡੀ ਇੱਕ ਸਭ ਤੋਂ ਵੱਡੀ ਬੰਦੇ ਦੀ ਕਿਹੜਾ ਜਿਹੜੀ ਬੈਕਬੋਨ ਹੁੰਦੀ ਹੈ, ਉਹ ਸਪਾਈਨ ਨੂੰ ਕਹਿੰਦੇ। ਇਹ ਸਾਡੀ ਰੀੜ੍ਹ ਦੀ ਹੱਡੀ ਤੋੜਨ ਵਾਲਾ ਫੈਸਲਾ ਹੈ।
ਅਸੀਂ ਇਹਦੇ ਖਿਲਾਫ ਡਟ ਕੇ ਲੜਿਆ ਤੇ ਲੜਾਂਗੇ, ਲੜਦੇ ਰਹਾਂਗੇ। ਖੇਤੀ ਆਰਡੀਨੈਂਸਾਂ ਦੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਨੇ ਵੀ ਕਿਸਾਨਾਂ ਦਾ ਸਾਥ ਦੇਣ ਦਾ ਫੈਸਲਾ ਲਿਆ ਹੈ। ਪਾਰਟੀ ਦੇ ਆਗੂ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਸੰਸਦ 'ਚ ਇਸ ਆਰਡੀਨੈਂਸ ਦੇ ਵਿਰੋਧ 'ਚ ਵੋਟਿੰਗ ਕਰੇਗੀ। ਉਹਨਾਂ ਮੁਤਾਬਕ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਆਪਣਾ ਕੋਵਿਡ ਟੈਸਟ ਕਰਵਾਇਆ, ਜਿਸ ਦੇ ਨੈਗੇਟਿਵ ਆਉਣ ਤੇ ਉਹ ਦਿੱਲੀ ਜਾਣਗੇ ਅਤੇ ਸੰਸਦ 'ਚ ਕਿਸਾਨਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰਨਗੇ। ਜਿਹੜੇ 3 ਆਰਡੀਨੈਂਸ ਖੇਤੀਬਾੜੀ ਨਾਲ ਸੰਬੰਧਿਤ ਕੇਂਦਰ ਸਰਕਾਰ ਲੈ ਕੇ ਆਈ ਹੈ, ਉਹਦਾ ਸਪਸ਼ਟ ਸਟੈਂਡ ਹੈ ਵੀ ਅਸੀਂ ਇਹਨਾਂ 3 ਆਰਡੀਨੈਂਸਾਂ ਦੇ ਬਿਲਕੁਲ ਖਿਲਾਫ ਹਾਂ। ਅੱਜ ਤੋਂ ਤਕਰੀਬਨ 1.5 ਮਹੀਨਾ ਪਹਿਲਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ, ਜਿਹਦੇ ਵਿੱਚ ਉਹਨਾਂ ਨੇ ਖਦਸ਼ਾ ਜ਼ਾਹਿਰ ਕੀਤਾ ਸੀ ਅਤੇ ਇਹ ਜੋ ਆਰਡੀਨੈਂਸ ਨੇ ਇਹਨਾਂ ਨੂੰ ਵਾਪਸ ਲੈਣ ਵਾਸਤੇ ਉਹਨਾਂ ਨੂੰ ਬੇਨਤੀ ਕੀਤੀ ਸੀ। ਤੇ ਹੁਣ ਵੀ ਜਿਹੜਾ ਇਹ ਬਿੱਲ ਲਿਆਂਦਾ ਜਾ ਰਿਹਾ ਹੈ, ਅਸੀਂ ਇਹਦਾ ਠੋਕ ਕੇ ਵਿਰੋਧ ਕਰਦੇ ਹਾਂ। ਤੇ ਨਾਲੇ ਜੋ ਵੀ ਕਿਸਾਨ ਯੂਨੀਅਨਾਂ ਜੋ ਪ੍ਰਦਰਸ਼ਨ ਕਰ ਰਹੀਆਂ ਨੇ ਜਾਂ ਜਿਸ ਰੂਪ ਨਾਲ ਉਹ ਵਿਰੋਧ ਕਰ ਰਹੀਆਂ, ਅਸੀਂ ਉਹਨਾਂ ਦਾ ਪੂਰੀ ਹਮਾਇਤ ਕਰਦੇ ਹਾਂ। ਸਾਡੀ ਪਾਰਟੀ ਉਹਨਾਂ ਦੀ ਪੂਰੀ ਹਮਾਇਤ ਕਰਦੀ ਹੈ ਤੇ ਨਾਲੇ ਪਾਰਲੀਮੈਂਟ ਦੇ ਵਿੱਚ ਵੀ ਅਸੀਂ ਇਹਨਾਂ ਦਾ ਪੂਰਾ ਜ਼ੋਰਦਾਰ ਵਿਰੋਧ ਕਰਾਂਗੇ। ਸਰਦਾਰ ਸੁਖਦੇਵ ਸਿੰਘ ਢੀਂਡਸਾ, ਹਾਲਾਂਕਿ ਉਹਨਾਂ ਦੀ ਕੁਝ ਦਿਨ ਪਹਿਲਾਂ ਰਿਪੋਰਟ ਪੋਜ਼ਿਟਿਵ ਆਈ ਸੀ, ਅੱਜ ਫਿਰ ਉਹਨਾਂ ਨੇ ਆਪਦੀ ਰਿਪੋਰਟ ਜਿਹੜੀ ਹੈ ਉਹ ਅੱਜ ਜਿਹੜਾ ਟੈਸਟ ਕਰਾਇਆ ਤੇ ਅਸੀਂ ਆਸ ਕਰਦੇ ਹਾਂ ਵੀ ਉਹ ਟੈਸਟ ਨੈਗੇਟਿਵ ਆਏਗਾ ਤੇ ਉਹ ਪਾਰਲੀਮੈਂਟ ਵਿੱਚ ਜਾ ਕੇ ਇਹਦਾ ਪੂਰਾ ਵਿਰੋਧ ਵੀ ਕਰਨਗੇ, ਇਹਦੇ ਖਿਲਾਫ ਵੀ ਬੋਲਣਗੇ ਅਤੇ ਨਾਲੇ ਇਹਦੇ ਖਿਲਾਫ ਵੋਟ ਵੀ ਪਾਉਣਗੇ, ਤਾਂ ਕਿ ਜਿਹੜਾ ਇਹ ਇੱਕ ਕਾਲਾ ਕਾਨੂੰਨ ਜੋ ਸਰਕਾਰ ਬਣਾਉਣ ਜਾ ਰਹੀ ਹੈ ਉਹ ਲਾਗੂ ਨਾ ਹੋ ਸਕੇ। ਸਾਡੀ ਸਾਰਿਆਂ ਦੀ ਇਹੀ ਕੋਸ਼ਿਸ਼ ਹੋਏਗੀ। ਪੰਜਾਬ 'ਚ ਖੇਤੀ ਆਰਡੀਨੈਂਸਾਂ ਦਾ ਸਮਰਥਨ ਕਰ ਰਹੀ ਇਕਲੌਤੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਪ੍ਰਤੀ ਸੂਬੇ ਦੇ ਕਿਸਾਨਾਂ 'ਚ ਬਹੁਤ ਗੁੱਸਾ ਹੈ। ਅੱਜ ਕਿਸਾਨ ਜਥੇਬੰਦੀਆਂ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਬਾਦਲਾਂ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ, ਜਿਸ ਕਾਰਨ ਉਧਰ ਜਾਣ ਵਾਲੇ ਸਾਰੇ ਰਸਤੇ ਸੀਲ ਕਰ ਦਿੱਤੇ ਗਏ ਅਤੇ ਸੁਰੱਖਿਆ ਵਧਾ ਦਿੱਤੀ ਗਈ। ਬਾਦਲ ਪਿੰਡ ਵਿਖੇ ਹੁਣ ਵੱਡੀ ਗਿਣਤੀ 'ਚ ਪੁਲਿਸ ਤਾਇਨਾਤ ਹੈ ਅਤੇ ਉੱਥੇ ਆਉਣ ਜਾਣ ਵਾਲਿਆਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਪੂਰੇ ਪਿੰਡ ਦੀ ਬੈਰੀਗੇਟਿੰਗ ਕਰ ਦਿੱਤੀ ਹੈ। ਪੁਲਿਸ ਦੀ ਸਖਤੀ ਕਾਰਨ ਪਿੰਡ ਬਾਦਲ ਵਿਖੇ ਕਰਫਿਊ ਵਰਗਾ ਮਾਹੌਲ ਨਜ਼ਰ ਆ ਰਿਹਾ ਹੈ। ਸਮਰਾਲਾ ਦੇ ਪਿੰਡ ਹੈਡੋਂ 'ਚ ਇੱਕ ਪੁੱਤ ਵੱਲੋਂ ਆਪਣੀ ਬਜ਼ੁਰਗ ਮਾਂ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਂ ਨੇ ਆਪਣੇ ਬੁਢਾਪੇ ਦੇ ਸਹਾਰੇ ਲਈ ਉਸ ਪੁੱਤ ਨੂੰ ਗੋਦ ਲਿਆ ਸੀ, ਪਰ ਉਸ ਨੂੰ ਨਹੀਂ ਪਤਾ ਸੀ ਕਿ ਇੱਕ ਦਿਨ ਇਹ ਪੁੱਤ ਹੀ ਉਸ ਦੀ ਮੌਤ ਦਾ ਕਾਰਨ ਬਣੇਗਾ। ਵਾਰਦਾਤ ਤੋਂ ਬਾਅਦ ਆਰੋਪੀ ਫਰਾਰ ਹੋ ਗਿਆ ਸੀ, ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਅਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਪੁੱਤਰ ਨੂੰ ਆਪਣੇ ਬੁਢਾਪੇ ਦਾ ਸਹਾਰਾ ਬਣਾਉਣ ਲਈ ਗੋਦ ਲਿਆ ਸੀ, ਉਸ ਕਲਯੁਗੀ ਪੁੱਤਰ ਨੇ ਹੀ ਆਪਣੀ ਬਜ਼ੁਰਗ ਮਾਂ ਦਾ ਕਤਲ ਕਰ ਦਿੱਤਾ। ਮਾਮਲਾ ਹੈ ਸਮਰਾਲਾ ਨੇੜੇ ਪਿੰਡ ਹਿੰਡੋ ਦਾ। ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਦੇ ਪਤੀ 1962 ਦੀ ਚੀਨ ਦੀ ਲੜਾਈ 'ਚ ਸ਼ਹੀਦ ਹੋ ਗਏ ਸਨ, ਜਿਸ ਤੋਂ ਬਾਅਦ ਉਸਨੇ ਆਪਣੇ ਭਤੀਜੇ ਦੇ ਪੁੱਤਰ ਨੂੰ ਗੋਦ ਲੈ ਲਿਆ ਸੀ, ਜਿਸ ਨੇ ਅੱਜ ਆਪਣੀ ਮਾਂ ਦਾ ਹੀ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਉੱਥੋਂ ਫਰਾਰ ਹੋ ਗਿਆ ਸੀ। ਪਰ ਸਮਰਾਲਾ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ। ਪਿੰਡ ਵਾਸੀਆਂ ਮੁਤਾਬਕ ਦੋਸ਼ੀ ਆਪਣੀ ਮਾਤਾ, ਪਤਨੀ ਅਤੇ ਆਪਣੀ ਨਿੱਕੀ ਜਿਹੀ ਪੁੱਤਰੀ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ, ਜਿਸ ਕਾਰਨ ਉਸ ਦੀ ਪਤਨੀ ਅਤੇ ਪੁੱਤਰੀ ਪਹਿਲਾਂ ਹੀ ਘਰ ਛੱਡ ਕੇ ਜਾ ਚੁੱਕੇ ਹਨ। ਲਗਭਗ 1 ਮਹੀਨਾ ਪਹਿਲਾਂ ਮਾਤਾ ਮਨਜੀਤ ਕੌਰ ਵੀ ਘਰ ਛੱਡ ਕੇ ਆਪਣੇ ਕਿਸੇ ਰਿਸ਼ਤੇਦਾਰ ਕੋਲ ਜਾ ਕੇ ਰਹਿਣ ਲੱਗ ਪਈ ਸੀ। ਆਰੋਪੀ ਉਸ ਨੂੰ 4-5 ਦਿਨ ਪਹਿਲਾਂ ਹੀ ਫਿਰ ਆਪਣੇ ਕੋਲ ਲੈ ਆਇਆ ਸੀ। ਦੱਸਿਆ ਜਾ ਰਿਹਾ ਕਿ ਨਸ਼ੇ ਦੇ ਆਦੀ ਪੁੱਤਰ ਨੇ ਆਪਣੀ ਮਾਂ ਨਾਲ ਮਾਰਕੁੱਟ ਕੀਤੀ ਅਤੇ ਚਾਕੂ ਨਾਲ ਉਸ ਦਾ ਕਤਲ ਕਰ ਦਿੱਤਾ। ਇਹ ਪਿਛਲੇ 20 ਸਾਲ ਤੋਂ ਨਾ ਸਾਡੇ ਪਿੰਡ ਦੇ ਵਿੱਚ ਰਹਿ ਰਹੀ ਹੈ ਮਨਜੀਤ ਕੌਰ। ਇਹਨਾਂ ਨੇ ਜੋ ਲੜਕਾ ਹੈ ਜਸਦੀਪ ਸਿੰਘ, ਇਹਨਾਂ ਦੇ ਜੇਠ ਦਾ ਲੜਕਾ ਹੈ, ਇਹਨਾਂ ਨੇ ਗੋਦ ਲਿਆ ਸੀ। ਇਹਨਾਂ ਦਾ ਜੋ ਮਤਲਬ ਘਰ ਵਾਲਾ ਹੈ ਉਹ ਸੰਨ 62 ਦੇ ਵਿੱਚ ਆਰਮੀ 'ਚ ਸੀਗੇ। ਉਹ ਸੰਨ 62 ਦੀ ਲੜਾਈ ਦੇ ਵਿੱਚ ਚੈਨਲ ਦੇ ਖਿਲਾਫ ਸ਼ਹੀਦ ਹੋ ਗਏ। ਇਹ ਪਿਛਲੇ 20 ਸਾਲ ਤੋਂ ਸਾਡੇ ਪਿੰਡ ਦੇ ਵਿੱਚ ਜਗ੍ਹਾ ਲੈ ਕੇ ਮੁੱਲ ਇਹ ਰਹਿ ਰਹੇ ਨੇ। ਇਹ ਮੁੰਡਾ ਆਮ ਆਪਣੇ ਘਰੇ ਅਮਲੀਆਂ ਨੂੰ, ਨਸ਼ੇ ਵਾਲਿਆਂ ਨੂੰ, ਮੁੰਡਿਆਂ ਨੂੰ ਬੁਲਾਉਂਦਾ ਤਾ, ਰੋਜ਼ ਆਉਂਦੇ ਜਾਂਦੇ ਤੇ ਇਹ ਰੋਜ਼ ਕੁੱਟਮਾਰ ਕਰਦਾ ਤੇ ਨੇ ਆਪਣੀ ਔਰਤ ਵੀ ਤਾਂ ਕੁੱਟਮਾਰ ਕਰੀ ਹੈ ਪਹਿਲਾਂ, ਉਹ ਵੀ ਚਲੀ ਗਈ ਹੈ। ਜਸਵੀਰ ਕੌਰ ਰਾਜੇਵਾਲ ਦੀ ਰਹਿਣ ਵਾਲੀ ਸੀ ਉਹ। ਇੱਕ ਇਹਦੀ ਬੇਟੀ ਦੀ, ਇਹ ਆਪਣੀ ਬੇਟੀ ਦੀ ਵੀ ਕੁੱਟਮਾਰ ਕਰਦਾ ਤਾ ਬਹੁਤ ਜ਼ਿਆਦਾ। ਉਹ ਬੇਟੀ ਵੀ ਇਹਦੀ ਚਲੀ ਗਈ, ਉਹਦੀ ਘਰ ਵਾਲੀ ਲੈ ਗਈ ਨਾਲ। ਇਹ ਹੁਣ ਵੀ ਪਿਛਲੇ ਤਕਰੀਬਨ 1-1.5 ਮਹੀਨਾ ਪਹਿਲਾਂ ਇਹਨਾਂ ਦੇ ਇੱਕ ਰਿਸ਼ਤੇਦਾਰ ਆਏ ਸੀਗੇ ਗੜੀ ਤੋਂ, ਉਹਨਾਂ ਦੇ ਨਾਲ ਮੈਂ ਇਹ ਮਾਈ ਖੁਦ ਭੇਜੀ ਸੀ। ਇਹ ਉੱਥੇ ਮਹੀਨਾ ਰਹਿ ਕੇ ਆਈ ਹੈ। ਇਹ ਜਾ ਕੇ ਉਹਨੂੰ 5-4 ਦਿਨ ਪਹਿਲਾਂ ਫੇਰ ਲੈ ਆਇਆ। ਲਿਆ ਕੇ ਇਹਨੇ ਪਰਸੋਂ ਵੀ ਉਹਦੀ ਕੁੱਟਮਾਰ ਕਰੀ ਹੈ। ਅੱਜ ਤਾਂ ਇਹਨੇ ਚਾਕੂ ਨਾਲੇ ਵਾਰ ਕਰਤਾ ਉਹਦੇ 'ਤੇ।
ਉਹ ਸ਼ਾਮ ਤਕਰੀਬਨ ਦੁਪਹਿਰੇ 11 ਵਜੇ ਉਹ ਪੂਰੀ। ਪੁਲਿਸ ਨੇ ਆਰੋਪੀ ਨੂੰ ਪਿੰਡ ਦੇ ਨੇੜਿਓਂ ਹੀ ਗ੍ਰਿਫਤਾਰ ਕਰ ਲਿਆ ਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੁਪਹਿਰ ਦੀ ਘਟਨਾ 10-11 ਵਜੇ ਦੀ ਪਿੰਡ ਹੈਡੋ ਦੇ ਵਿੱਚ ਮਨਜੀਤ ਕੌਰ ਰਹਿੰਦੀ ਸੀਗੀ, ਨੀਅਰ ਅਬਾਊਟ 78 ਸਾਲ 80 ਸਾਲ ਉਮਰ ਆ ਉਹਦੀ, ਤੇ ਉਹਦੇ ਮਰਡਰ ਹੋਣ ਤੋਂ ਵੀ ਸੂਚਨਾ ਮਿਲੀ ਸੀ ਤੇ ਜਿਸ ਤੇ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕੀਤਾ ਤੇ ਕਰਨ ਸਿੰਘ ਦੇ ਬਿਆਨ ਤੇ ਮੁਕੱਦਮਾ ਨੰਬਰ 176 ਮਿਤੀ 14 ਨੂੰ ਅੰਦਰ ਐਕਸੈਸ ਤੋਂ IPC ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਹਦਾ ਹੀ ਭਤੀਜਾ ਸੀਗਾ, ਭਤੀਜੇ ਦਾ ਲੜਕਾ ਪੰਜਾਬ ਜਗਦੀਪ ਸਿੰਘ ਉਰਫ ਜੱਗੀ। ਇਹਨੇ ਗੋਦ ਲਿੱਤਾ ਹੋਇਆ ਸੀ ਜੀ? ਹਾਂ, ਗੋਦ ਲਿੱਤਾ ਸੀਗਾ। ਇਹ ਹੈਡੋ ਪਿੰਡ ਦੇ ਇਲਾਕੇ ਦੇ ਵਿੱਚੋਂ ਹੀ ਮਿਲ ਗਿਆ ਸੀਗਾ ਤੇ ਪਹਿਲੇ ਮੈਂ ਕਮਲੇ ਦੇ ਦੌਰਾਨ ਮਨਜੀਤ ਕੌਰ ਨੇ ਤਾਂ ਇਸ ਲਈ ਆਰੋਪੀ ਨੂੰ ਗੋਦ ਲਿਆ ਸੀ ਕਿ ਇੱਕ ਦਿਨ ਉਸ ਦੇ ਬੁਢਾਪੇ ਦਾ ਉਹ ਸਹਾਰਾ ਬਣੇਗਾ, ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਜਿਸ ਨੂੰ ਉਹ ਆਪਣਾ ਸਹਾਰਾ ਸਮਝ ਰਹੀ ਹੈ ਉਹੀ ਉਸ ਦੀ ਮੌਤ ਦਾ ਕਾਰਨ ਬਣ ਜਾਵੇਗਾ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਫਿਰ ਝਾਤ ਮਾਰਦੇ ਹਾਂ ਇੱਕ ਵਾਰ ਹੈਡਲਾਈਨਸ ਤੇ। ਚੀਨ ਨਾਲ ਜਾਰੀ ਸਰਹੱਦੀ ਵਿਵਾਦ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਲੋਕ ਸਭਾ 'ਚ ਬਿਆਨ। ਕਿਹਾ ਚੀਨ ਨੇ ਕਈ ਵਾਰ ਸਥਿਤੀ ਬਦਲਣ ਦੀ ਕੀਤੀ ਕੋਸ਼ਿਸ਼, ਪਰ ਸਾਡੇ ਸੁਰੱਖਿਆ ਦਸਤਿਆਂ ਨੇ ਹਰ ਚਾਲ ਕੀਤੀ ਫੇਰ। ਭਾਰਤ 'ਚ 50 ਲੱਖ ਦੇ ਨੇੜੇ ਪਹੁੰਚੇ ਕਰੋਨਾ ਮਰੀਜ਼ਾਂ ਦੀ ਗਿਣਤੀ। ਹੁਣ ਤੱਕ 80,000 ਤੋਂ ਵੱਧ ਲੋਕਾਂ ਨੇ ਗਵਾਈ ਜਾਨ। ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਵਧੀ। ਬਲਵੰਤ ਸਿੰਘ ਮੁਲਤਾਨੀ ਅਗਵਾ ਤੇ ਕਤਲ ਮਾਮਲੇ 'ਚ ਸਾਬਕਾ DGP ਸਮੇਤ ਸੈਣੀ ਨੂੰ ਵੱਡੀ ਰਾਹਤ। ਸੁਪਰੀਮ ਕੋਰਟ ਨੇ ਸੈਣੀ ਦੀ ਗ੍ਰਿਫਤਾਰੀ ਤੇ ਲਾਈ ਰੋਕ, ਅਗਾਊਂ ਜ਼ਮਾਨਤ ਵੀ ਮਿਲ ਸਕੇਗੀ। ਸ਼੍ਰੋਮਣੀ ਕਮੇਟੀ ਦੇ ਦਫ਼ਤਰ ਸਾਹਮਣੇ ਭਿੜੇ ਟਾਸਕ ਫੋਰਸ ਦੇ ਮੁਲਾਜ਼ਮ ਤੇ ਸਿੱਖ ਜਥੇਬੰਦੀਆਂ। ਟਾਸਕ ਫੋਰਸ ਨੇ ਪੰਜਾਬ ਜਾ ਕੁੱਟੇ ਸਿੱਖ ਆਗੂ, ਕਈਆਂ ਦੀਆਂ ਉਤਰੀਆਂ ਦਸਤਾਰਾਂ। ਅਤੇ ਖੇਤੀ ਆਰਡੀਨੈਂਸ ਖਿਲਾਫ ਪੰਜਾਬ ਦੇ ਕਿਸਾਨਾਂ ਨੇ ਵਿੱਢੀ ਆਰ-ਪਾਰ ਦੀ ਲੜਾਈ। ਸੂਬੇ 'ਚ 25 ਥਾਈਂ ਰੋਕੇ ਹਾਈਵੇ, ਕੇਂਦਰ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ। ਇਸ ਦੇ ਨਾਲ ਹੀ ਮੈਨੂੰ ਯਾਨੀ ਮਨਪ੍ਰੀਤ ਕਾਲੂ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ।